ਸਤਿਕਾਰਯੋਗ ਸਾਡੇ ਪੱਤਰਕਾਰ ਸਾਹਿਬਾਨ, ਤੁਹਾਡਾ ਸਵਾਗਤ। ਤੁਹਾਨੂੰ ਜੀ ਆਇਆਂ ਨੂੰ। ਦੇਸ਼ ਵਿੱਚ ਮਹਿੰਗਾਈ ਜਿਹੜੀ ਹੈ ਲਗਾਤਾਰ ਵਧ ਰਹੀ ਹੈ ਔਰ ਅੱਜ ਮੈਂ ਤੁਹਾਨੂੰ ਇਸ ਵਿਸ਼ੇ ਤੇ ਹੀ ਕਿ ਇੱਕ ਪਾਸੇ ਬਾਬਾ ਸਾਹਿਬ ਅੰਬੇਡਕਰ ਦੁਆਰਾ ਦਿੱਤਾ ਗਿਆ ਕਨਸਟੀਟਿਊਸ਼ਨ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਮੋਦੀ ਸਰਕਾਰ ਦੁਆਰਾ ਭਾਜਪਾ ਵੱਲੋਂ, ਤੇ ਦੂਜੇ ਪਾਸੇ ਮਹਿੰਗਾਈ ਜਿਹੜੀ ਹੈ, ਇਨਫਲੇਸ਼ਨ ਜਿਹੜੀ ਜਿਸ ਰਫ਼ਤਾਰ ਨਾਲ ਵੱਧ ਰਹੀ ਹੈ, ਉਹਦੇ ਕਾਰਨ ਕੀ ਹੈ। ਅਕੋਰਡਿੰਗ ਟੂ ਆਵਰ ਕਨਸਟੀਟਿਊਸ਼ਨ ਕਿ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਆ, ਡੈਮੋਕ੍ਰੈਟਿਕ ਤਰੀਕੇ ਨਾਲ ਚੁਣੇ ਹੋਏ ਨੁਮਾਇੰਦੇ ਸਰਕਾਰਾਂ, ਉਹ ਅਸਲ ਡੈਮੋਕ੍ਰੇਸੀ ਨੂੰ ਰਿਫਲੈਕਟ ਕਰਦੀਆਂ। ਲੇਕਿਨ ਪਿਛਲੇ ਸਾਲਾਂ 'ਚ ਦੇਖਿਆ ਆਪਾਂ, ਮੋਦੀ ਸਾਹਿਬ ਜਦੋਂ ਦੇ ਸੱਤਾ 'ਚ ਆਏ ਆ, ਤਕਰੀਬਨ 8 ਤੋਂ ਵੱਧ ਸਰਕਾਰਾਂ ਜਿਹੜੀਆਂ ਇਹਨਾਂ ਨੇ ਖਰੀਦ ਫਰੋਖਤ ਨਾਲ, ਪੈਸੇ ਦੀ ਤਾਕਤ ਨਾਲ, ਜਾਂ ਤੇ ਆਪ ਸੱਤਾ ਤੇ ਕਾਬਜ ਹੋ ਗਏ। ਜਿਹੜੀਆਂ ਇਲੈਕਟਡ ਸਰਕਾਰ ਸੀ, ਚਾਹੇ ਉਹ ਤੁਸੀਂ ਰੀਸੈਂਟ ਐਗਜ਼ਾਮਪਲ ਲੈ ਲਓ ਮਹਾਰਾਸ਼ਟਰ ਦਾ, ਮੱਧ ਪ੍ਰਦੇਸ਼ ਦਾ, ਗੋਆ 'ਚ ਕੀ ਹੋਇਆ, ਨਾਰਥ ਈਸਟ ਮੇਘਾਲਿਆ, ਈਵਨ ਮਣੀਪੁਰ। ਆਪਰੇਸ਼ਨ ਲੋਟਸ ਦੇ ਰਾਹੀਂ ਕਰੋੜਾਂ ਰੁਪਇਆ ਖਰਚ ਕਰਕੇ ਇਹਨਾਂ ਨੇ ਆਪਣੀਆਂ ਸਰਕਾਰਾਂ ਬਣਾ ਲਈਆਂ। ਜਿਹੜੀਆਂ ਚੁਣੀਆਂ ਹੋਈਆਂ ਗਵਰਨਮੈਂਟ ਸੀ ਉਹਨਾਂ ਨੂੰ ਸੁੱਟਤਾ, ਡੇਗਤਾ। ਆਪਰੇਸ਼ਨ ਲੋਟਸ ਹਾਲਾਂਕਿ ਦਿੱਲੀ 'ਚ ਆ ਕੇ ਆਪਰੇਸ਼ਨ ਚਿੱਕੜ ਬਣ ਗਿਆ, ਲੇਕਿਨ ਇਹਦੇ ਪਿੱਛੇ ਪੂਰੀ ਇੱਕ ਜਿਹੜੀ ਕਨਸੀਪਰੈਂਸੀ ਹੈ, ਥਿਉਰੀ ਆ, ਇੱਕ ਸਕ੍ਰਿਪਟ ਹੈ। ਉਹ ਜਾਣਨਾ ਲੋਕਾਂ ਨੂੰ, ਔਰ ਖਾਸ ਕਰ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਹੈ ਕਿ ਪਿਛਲੇ 8 ਸਾਲਾਂ 'ਚ 5500 ਕਰੋੜ ਇੱਕ ਮੋਟਾ ਅਨੁਮਾਨ ਹੈ। ਜੇ ਅਸੀਂ 20 ਕਰੋੜ ਪਰ ਐਮਐਲਏ ਵੀ ਇੱਕ ਜਿਹੜੀ ਆਫਰ ਦਿੱਲੀ 'ਚ ਆਮ ਆਦਮੀ ਪਾਰਟੀ ਤੇ ਐਮਐਲਏ ਨੂੰ ਖਰੀਦਣ ਦੀ ਹੋਈ ਸੀ ਕਿ 20 ਕਰੋੜ ਰੁਪਇਆ ਲੈ ਲਓ, 40 ਐਮਐਲਏ ਨੂੰ ਸਾਡੇ, ਜਾਂ ਤੇ ਸਾਡੀ ਸਪੋਰਟ ਕਰੋ। ਈਵਨ ਮਨੀਸ਼ ਸਿਸੋਦੀਆ ਜਿਹਨੂੰ ਕਹਿ ਦਿੱਤਾ ਗਿਆ ਤੁਹਾਨੂੰ ਮੁੱਖ ਮੰਤਰੀ ਬਣਾ ਦਿੰਦੇ ਆ। ਹਾਲਾਂਕਿ ਦਿੱਲੀ 'ਚ ਆਪਰੇਸ਼ਨ ਲੋਟਸ, ਆਪਰੇਸ਼ਨ ਚਿੱਕੜ ਬਣ ਗਿਆ, ਲੇਕਿਨ ਫਿਰ ਵੀ ਚਾਹੇ ਮਹਾਰਾਸ਼ਟਰ, ਜਿਸ ਤਰ੍ਹਾਂ ਮੈਂ ਸਟੇਟ ਗਿਣਾਏ, ਮੱਧ ਪ੍ਰਦੇਸ਼, ਗੋਆ, ਅਸਾਮ, ਮਣੀਪੁਰ, ਮੇਘਾਲਿਆ, ਬਿਹਾਰ 'ਚ ਵੀ ਹੁੰਦਾ ਬੱਚਿਆ 5500 ਕਰੋੜ ਰੁਪਏ ਇਹਨਾਂ ਲੋਕਾਂ ਨੇ ਖਰਚ ਕੀਤਾ। ਅੱਜ 20 ਕਰੋੜ ਰੁਪਏ ਪਰ ਐਮਐਲਏ ਦੀ ਵੀ ਗੱਲ ਕਰ ਲਓ, ਔਰ 10 ਲੱਖ ਕਰੋੜ ਤੋਂ 10.72 ਲੱਖ ਕਰੋੜ ਜਿਹੜੇ ਰਾਈਟ ਆਫ ਕੀਤੇ ਆ। ਮਤਲਬ ਸਰਕਾਰਾਂ, ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਵਾਸਤੇ, ਚੁਣੇ ਹੋਏ ਐਮਐਲਏ ਨੂੰ ਖਰੀਦਣ ਵਾਸਤੇ ਪੈਸੇ ਹੈਗੇ ਆ, ਤੇ ਦੂਜੇ ਪਾਸੇ ਦੇਸ਼ ਮਹਿੰਗਾਈ ਦੀ ਮਾਰ ਹੇਠਾਂ, ਆਮ ਬੰਦਾ, ਆਮ ਜਿਹੜੇ ਹਿੰਦੁਸਤਾਨ ਦੇ ਲੋਕ ਹੈ, ਉਹ ਇਨਫਲੇਸ਼ਨ 'ਚ ਇਸ ਕਦਰ ਮਤਲਬ ਫਸੇ ਹੋਏ ਆ, ਮਹਿੰਗਾਈ 'ਚ ਮਾਰ ਹੇਠਾਂ ਇਸ ਤਰ੍ਹਾਂ ਆਏ ਹੋਏ ਆ ਕਿ ਘਰ ਚਲਾਉਣਾ ਦੂਬਰ ਹੋ ਗਿਆ। 2 ਟਾਈਮ ਦੀ ਰੋਟੀ ਵੀ ਜਿਹੜੀ ਆ ਉਹਨਾਂ ਨੂੰ ਖਾਣੀ ਮੁਸ਼ਕਲ ਹੋ ਰਹੀ ਆ। 2014 'ਚ ਡੀਜ਼ਲ 54 ਰੁਪਏ ਸੀ ਤੇ ਅੱਜ 90 ਰੁਪਏ ਹੋ ਗਿਆ, 90 ਪਲੱਸ ਹੀ ਹੋ ਗਿਆ ਕਈ ਸਟੇਟ। ਪੈਟਰੋਲ 2014 'ਚ 60 ਰੁਪਏ ਸੀ ਤੇ ਅੱਜ 110 ਰੁਪਏ, ਔਰ ਉਸ ਤੋਂ ਵੀ ਟੱਪ ਗਿਆ। ਆ ਸੀਐਨਜੀ ਦੀ ਗੱਲ ਕਰ ਲਈ ਆਪਾਂ, 35 ਰੁਪਏ ਸੀਗੀ 2014 'ਚ ਤੇ ਅੱਜ 75 ਰੁਪਏ ਤੋਂ ਪਾਰ ਹੋ ਗਈ। ਤੇ ਜਿਹੜੇ ਮੋਦੀ ਸਾਹਿਬ ਕਹਿੰਦੇ ਸੀ ਕਿ ਅਸੀਂ ਸਿਲੰਡਰ ਬੀਬੀਆਂ, ਮਾਵਾਂ, ਭੈਣਾਂ ਨੂੰ ਫ੍ਰੀ ਦੇਣੇ ਆ, ਉਹ ਸਿਲੰਡਰ 475 ਰੁਪਏ ਦਾ ਸੀ, ਅੱਜ 1053 ਰੁਪਏ ਦਾ ਹੋ ਗਿਆ, 1053 ਰੁਪਏ। ਯਾਨੀ ਕਿ ਆਮ ਗਰੀਬ ਬੰਦਾ 2 ਟਾਈਮ ਦੀ ਰੋਟੀ ਖਾਣ ਨੂੰ ਵੀ ਮਜਬੂਰ, ਬੜੀ ਮੁਸ਼ਕਲ ਨਾਲ ਮਤਲਬ ਉਹ ਕਮਾ ਪਾ ਰਿਹਾ ਜਾਂ ਅਫੋਰਡ ਕਰ ਪਾ ਰਿਹਾ। ਤੇ ਦੂਜੇ ਪਾਸੇ ਚੁਣੀਆਂ ਹੋਈਆਂ ਸਰਕਾਰਾਂ ਡੈਮੋਕ੍ਰੈਟਿਕ ਤਰੀਕੇ ਨਾਲ, ਡੈਮੋਕ੍ਰੈਟਿਕ ਪ੍ਰਣਾਲੀ ਨਾਲ ਇਲੈਕਟਡ ਲੋਕਾਂ ਦੀ ਖਰੀਦ ਫਰੋਖਤ ਕਰਕੇ, ਤਾਨਾਸ਼ਾਹੀ ਰਵੱਈਏ ਨਾਲ, ਡਿਕਟੇਟਰਸ਼ਿਪ ਨਾਲ, ਸੱਤਾ ਦੇ ਨਸ਼ੇ ਨਾਲ ਮੋਦੀ ਸਾਹਿਬ ਔਰ ਭਾਜਪਾ ਕਰੋੜਾਂ ਰੁਪਈਆ ਖਰਚ ਕਰ ਰਹੀ ਆ।
ਸਾਮ ਦਾਮ ਦੰਡ ਭੇਦ ਜੋ ਮਰਜ਼ੀ ਤਰੀਕਾ ਉਹ ਕਹਿੰਦੇ ਜਾਂ ਸਾਡੇ ਨਾਲ ਰਲ ਜਾਓ ਜਾਂ ਪੈਸੇ ਲੈ ਲਓ, ਨਹੀਂ ਤੇ CBI ਤੇ ED ਤੁਹਾਡੇ ਘਰ ਭੇਜਾਂਗੇ। ਅੱਜ ਚੌਕਸ ਹੋਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ। ਮੈਂ ਕਹਿਣਾ ਚਾਹੁੰਦਾ ਅੰਬੇਡਕਰ ਸਾਹਿਬ ਸਾਨੂੰ ਕਨਸਟੀਟਿਊਸ਼ਨ ਜਿਹਦੇ ਚ ਹਰੇਕ ਵਰਗ ਨੂੰ ਅਧਿਕਾਰ ਦਿੱਤੇ ਗਏ ਸੀ, ਖਾਸ ਕਰ ਗਰੀਬ ਲੋਕਾਂ ਨੂੰ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦਿੱਤਾ ਸੀ। ਲੋਕ ਆਪਣੀ ਸਰਕਾਰ ਆਪ ਚੁਣਨਗੇ, ਲੋਕ ਆਪਣੇ ਨੁਮਾਇੰਦੇ ਆਪ ਚੁਣਨਗੇ, ਉਹ ਨੁਮਾਇੰਦੇ ਉਹਨਾਂ ਲਈ ਉਹਨਾਂ ਦੇ ਪ੍ਰੋ ਪੀਪਲਸ ਪਾਲਿਸੀਜ਼ ਜਿਹੜੀਆਂ ਹੈਗੀਆਂ ਬਣਾਉਣਗੇ। ਲੇਕਿਨ ਜਿਹੜਾ ਇਹ ਧੰਦਾ ਸ਼ੁਰੂ ਹੋਇਆ 2014 ਤੋਂ ਜਦੋਂ ਦੇ ਮੋਦੀ ਸਾਹਿਬ ਸੱਤਾ 'ਚ ਆਇਆ, ਇਹ ਬਹੁਤ ਖਤਰਨਾਕ ਸਥਿਤੀ ਮੁਲਕ ਲਈ ਬਣਦੀ ਜਾ ਰਹੀ ਹੈ ਕਿ ਤੁਸੀਂ ਚੁਣੇ ਹੋਏ ਨੁਮਾਇੰਦਿਆਂ ਨੂੰ MLA ਦੀ ਖਰੀਦ ਫਰੋਖਤ ਕਰਕੇ ਡਰਾ ਕੇ CBI, ਅੱਛਾ ਜਿਹੜਾ ਇਹਨਾਂ ਦੀ ਗੱਲ ਨਹੀਂ ਮੰਨਦਾ ਉਹਦੇ ਘਰ CBI ਭੇਜ ਦਿੰਦੇ, ED ਭੇਜ ਦਿੰਦੇ ਆ। ਯਾਨੀ ਕਿ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਪੈਸੇ ਦੀ ਕਮੀ ਨਹੀਂ ਹੈ, ਪੈਸਾ ਜਾਂ ਤੇ ਸਰਕਾਰਾਂ ਖਰੀਦਣ ਵਾਸਤੇ ਇਸਤੇਮਾਲ ਹੋ ਰਿਹਾ ਮੋਦੀ ਸਾਹਿਬ ਦੁਆਰਾ, ਭਾਜਪਾ ਦੁਆਰਾ, ਜਾਂ ਕਾਰਪੋਰੇਟ ਘਰਾਣੇ। ਹੁਣ ਵੇਖੋ, ਇੱਕ ਪਾਸੇ ਕਾਰਪੋਰੇਟ ਘਰਾਣੇ, ਚੰਦ ਘਰਾਣੇ ਜਿਹੜੇ ਵੱਡੇ ਰਹੀਸ ਲੋਕ ਹੈ, ਕਾਰੋਬਾਰੀ ਹੈ, ਉਹਨਾਂ ਤੋਂ ਚੈੱਕ ਦੇ ਰਾਹੀਂ ਫੰਡ ਲੈ ਰਹੀ ਹੈ ਭਾਜਪਾ, ਕਰੋੜਾਂ ਰੁਪਇਆ ਲੈ ਰਹੀ ਹੈ ਔਰ ਔਨ ਰਿਕਾਰਡ ਗੱਲਾਂ ਹੈ। ਦੂਜੇ ਪਾਸੇ 10.72 ਲੱਖ 10.72 ਲੱਖ ਕਰੋੜ ਉਹਨਾਂ ਦੇ ਰਾਈਟ ਆਫ ਕਰਤੇ। ਬੜਾ ਮਤਲਬ ਦੇਖੋ ਕਿਆ ਸ਼ਾਨਦਾਰ ਡੀਲ ਬਣਾ ਰਹੇ ਹੈ ਸੱਤਾ 'ਚ ਰਹਿਣ ਲਈ ਕਿ ਤੁਸੀਂ ਚੰਦਾ ਸਾਨੂੰ ਦਿਓ, ਅਸੀਂ ਤੁਹਾਡੇ ਕਰਜ਼ੇ ਮਾਫ ਕਰ ਦਾਂਗੇ। ਉਹਨਾਂ ਘਰ ਨਹੀਂ CBI ਭੇਜਦੇ, ਨਹੀਂ, ਨੋ ED ਨੋ CBI। ਕਾਰਪੋਰੇਟ ਵਾਸਤੇ ਜਿਨ੍ਹਾਂ ਲੋਕਾਂ ਕੋਲ ਚੰਦਾ ਲੈਂਦੇ ਉਹਨਾਂ ਦੇ CBI ED ਨਹੀਂ ਜਾ ਰਹੀ, ਉਹਨਾਂ ਕੋਲ ਚੈੱਕ ਦੇ ਰਾਹੀਂ ਚੰਦਾ ਲੈਂਦੇ ਆ ਤੇ ਰਾਈਟ ਆਫ ਨਾਨ ਪ੍ਰੋਫਿਟ ਐਸੈਟ ਬਣਾ ਕੇ NPA ਦੇ ਰਾਹੀਂ ਕਰੋੜਾਂ ਲੱਖਾਂ ਕਰੋੜਾਂ ਰੁਪਇਆ। ਤੇ ਮਹਿੰਗਾਈ ਦੀ ਮਾਰ ਆਮ ਬੰਦਾ, ਆਮ ਨਾਗਰਿਕ, ਆਮ ਲੋਕ ਹਿੰਦੁਸਤਾਨ ਦੇ ਚੱਲ ਰਿਹਾ। ਇਹ ਹਾਲਾਤ ਬਣਾਤੇ ਇਹਨਾਂ ਨੇ ਪਿਛਲੇ ਸਾਲਾਂ। ਆ ਪਿਛਲੇ ਦਿਨਾਂ 'ਚ ਮੋਦੀ ਸਾਹਿਬ ਕਹਿ ਰਹੇ ਸੀ ਲਾਲ ਕਿਲੇ ਤੋਂ, ਰੈੱਡ ਫੋਰਟ ਤੋਂ ਪ੍ਰਧਾਨ ਮੰਤਰੀ ਜੀ ਕਹਿ ਰਹੇ ਸੀ ਵੀ ਸਾਰੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਕੇ ਕਿ ਤੁਸੀਂ ਮੇਰਾ ਕਰਪਸ਼ਨ ਦੀ ਲੜਾਈ 'ਚ ਸਹਿਯੋਗ ਕਰੋ। 8 ਸਾਲ ਤੁਹਾਨੂੰ ਸੱਤਾ 'ਚ ਹੋ ਗਏ ਆ ਤੇ ਕਰਪਸ਼ਨ ਜੇ ਹਜੇ ਵੀ ਇਸ ਤਰ੍ਹਾਂ ਹੋ ਰਿਹਾ ਤੇ ਇਹਦਾ ਮਤਲਬ ਹਿੱਸੇਦਾਰ ਹੋ, ਭਾਗੀਦਾਰ ਹੋ, ਇਹਦਾ ਮਤਲਬ ਤੁਸੀਂ ਹਿੱਸੇਦਾਰ ਹੋ ਇਹਦੇ 'ਚ। ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ 5 ਸਵਾਲ ਰੱਖੇ ਉਹਨਾਂ ਦੇ। ਅਗਰ ਸੁਹਿਰਦਤਾ ਹੈ ਪ੍ਰਧਾਨ ਮੰਤਰੀ ਜੀ, ਤੁਸੀਂ ਵਾਕਈ ਚਾਹੁੰਦੇ ਹੋ ਕਿ ਦੇਸ਼ 'ਚੋਂ ਕਰਪਸ਼ਨ ਖਤਮ ਹੋਵੇ ਜਾਂ ਕਰਪਸ਼ਨ ਦੇ ਖਿਲਾਫ ਤੁਹਾਡੀ ਸਾਫ਼ ਸੁਥਰੀ ਲੜਾਈ ਆ, ਇਮਾਨਦਾਰੀ ਵਾਲੀ ਲੜਾਈ ਆ, ਤੁਸੀਂ ਪੱਖਪਾਤ ਨਹੀਂ ਕਰ ਰਹੇ, ਤੁਸੀਂ ਕਾਰਪੋਰੇਟਾਂ ਦਾ ਅਗਰ ਪੱਖ ਨਹੀਂ ਪੂਰ ਰਹੇ, ਤੇ 5 ਸਵਾਲ ਹੈ। ਇੱਕ ਕਿ ਗੁਜਰਾਤ 'ਚ 27 ਸਾਲ ਤੋਂ BJP ਰੂਲ ਹੈ, ਹਰ ਸਾਲ ਪੇਪਰ ਲੀਕ ਹੋ ਰਿਹਾ, ਹਰ ਸਾਲ ਗੁਜਰਾਤ 'ਚ। ਅਗਰ ਮੋਦੀ ਸਾਹਿਬ ਤੁਸੀਂ ਇਮਾਨਦਾਰੀ ਨਾਲ, ਅਗਰ ਤੁਸੀਂ ਇਮਾਨਦਾਰ ਹੋ, ਭਾਜਪਾ ਅਗਰ ਇਮਾਨਦਾਰ ਹੈ, ਤੇ ਜਿਹੜੇ ਗੁਜਰਾਤ 'ਚ ਪੇਪਰ ਲੀਕ ਹੋ ਰਹੇ ਆ ਉਹਨਾਂ ਦੀ CBI ਔਰ ED ਜਾਂਚ ਕਰਵਾਉਣੀ ਚਾਹੀਦੀ ਹੈ। ਸਵਾਲ ਨੰਬਰ 2, ਅਗਰ ਮੋਦੀ ਸਾਹਿਬ ਸੋਚਦੇ ਆ ਕਿ ਕਰਪਸ਼ਨ ਦੇ ਖਿਲਾਫ ਉਹ ਸਾਫ਼ ਨੀਅਤ ਨਾਲ, ਤੇ ਜਿਹੜਾ 22,000 ਕਰੋੜ ਦਾ ਡਰਗ ਪਿਛਲੇ ਸਾਲਾਂ 'ਚ BJP ਰੂਲ ਗੁਜਰਾਤ ਦੇ ਪੋਰਟਸ ਤੋਂ ਫੜਿਆ ਗਿਆ, ਔਰ ਉਹ ਵੀ ਪੋਰਟਸ ਮੋਦੀ ਸਾਹਿਬ ਦੇ ਖਾਸ ਦੋਸਤ ਦੇ ਆ, 22,000 ਕਰੋੜ ਦੇ ਨਸ਼ੇ। ਅਗਰ ਮੋਦੀ ਸਾਹਿਬ ਤੁਹਾਡੀ ਲੜਾਈ ਸਾਫ਼ ਨੀਅਤ ਨਾਲ ਹੈ ਤੇ 22,000 ਕਰੋੜ ਜਿਹੜਾ ਨਸ਼ਾ ਫੜਿਆ ਗੁਜਰਾਤ ਦੇ ਪੋਰਟਸ ਤੋਂ, ਤੁਹਾਡੇ ਖਾਸ ਦੋਸਤ ਦੇ ਪੋਰਟਸ ਤੋਂ, ਉਹਦੇ ਖਿਲਾਫ CBI ਔਰ ED ਦੀ ਇਨਕੁਆਇਰੀ ਕਰਾਓ। ਅਗਰ ਪ੍ਰਧਾਨ ਮੰਤਰੀ ਜੀ ਦੀ ਨੀਅਤ ਸਾਫ਼ ਹੈ ਤੇ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਹੈ ਕਿ ਜਿਹੜੇ 50 ਤੋਂ ਵੱਧ ਨਸ਼ੇ ਕਰਕੇ ਆਪਣੀ ਪੋਇਜ਼ਨਿੰਗ, ਮਤਲਬ ਨਸ਼ੀਲੀ ਸ਼ਰਾਬ ਨਾਲ, ਜ਼ਹਿਰੀਲੀ ਸ਼ਰਾਬ ਨਾਲ, ਪੋਇਜ਼ਨ ਜਿਹੜੀ ਵਾਈਨ ਸੀ ਜਾਂ ਵਿਸਕੀ ਸੀ ਜਾਂ ਸ਼ਰਾਬ ਸੀ, ਉਹਦੇ ਨਾਲ ਜਿਹੜੇ 50 ਤੋਂ ਵੱਧ ਸ਼ਰਾਬਬੰਦੀ ਸਟੇਟ ਗੁਜਰਾਤ 'ਚ ਜਿਹੜੇ ਲੋਕ ਮਰੇ ਆ, ਔਰ ਉਹ ਸ਼ਰਾਬ ਦਾ ਕਾਰੋ ਇੱਕ ਪਾਸੇ ਤੇ ਸੂਬੇ 'ਚ ਸ਼ਰਾਬਬੰਦੀ ਹੈ ਗੁਜਰਾਤ 'ਚ ਜਿੱਥੇ BJP ਰੂਲ ਕਰ ਰਹੀ ਹੈ, ਉੱਥੇ ਉਸ ਸ਼ਰਾਬ ਨਾਲ, ਜ਼ਹਿਰੀਲੀ ਸ਼ਰਾਬ ਨਾਲ ਮਰੇ ਹੋਏ ਲੋਕਾਂ ਦੀ ਮੌਤ ਦੀ CBI ਇਨਕੁਆਇਰੀ ਕਰਾਉਣ
अगर मोदी जी की नीयत साफ है, भाजपा की नीयत साफ है। अगर वाकई मोदी जी की नीयत करप्शन के खिलाफ साफ है, सुथरी है, अगर चंगा जे करप्शन के खिलाफ लड़ाई लड़ना चाहते हैं तो जिहड़ा बुंदेलखंड का एक्सप्रैसवे जिहदा उद्घाटन मानयोग प्रधानमंत्री जी ने किया और 5 दिन बाद हज़ारां करोड़ रुपए के खर्चे नाल बुंदेलखंड एक्सप्रैस जिहड़ा ढाह ढेरी हो गया, उसदी सीबीआई और ईडी की इंक्वायरी कराउण मोदी साहब भाजपा करवावे। अगर इन्हां दी नीयत साफ है, अगर इन्हां दी नीति और नीयत साफ है कि जिहड़ा 10 लाख तो ऊपर राइट ऑफ किया करजा, ਉਹਦੀ सीबीआई और ईडी की ਉਹਦੀ ਇਨਕੁਆਰੀ ਉਹਨਾਂ ਲੋਕਾਂ ਦੇ ਖਿਲਾਫ ਕਰਾਓ, ਉਹਨਾਂ ਦੇ ਭੇਜੋ ਨਾ सीबीआई। ਤੁਸੀਂ ਇਲੈਕਟਡ ਐਮਐਲਏਆਂ ਦੀ ਖਰੀਦ ਫਰੋਖਤ ਕਰਨ ਲਈ सीबीआई और ईडी ਦਾ ਮਿਸਯੂਜ਼ ਕਰ ਰਹੇ ਹੋ, ਜਿਨ੍ਹਾਂ ਦਾ 10.72 ਲੱਖ ਕਰੋੜ ਕਰਜ਼ਾ ਰਾਈਟ ਆਫ ਕਰਤਾ, ਮਾਫ ਕਰਤਾ। ਵੱਡੇ ਕਾਰੋਬਾਰ, ਹਾਲਾਂਕਿ ਉਹਨਾਂ ਕੋਲ ਪੈਸੇ ਦੀ ਕਮੀ ਨਹੀਂ ਹੈ, ਉਹਨਾਂ ਕੋਲ ਜਾਇਦਾਦ ਦੀ ਕਮੀ ਨਹੀਂ ਹੈ। ਜੇ ਤੁਹਾਡੀ ਨੀਅਤ ਸਾਫ਼ ਹੈ ਤੇ ਉਹਨਾਂ ਦੇ ਘਰ ਭੇਜੋ, ਸੀਬੀਆਈ ਈਡੀ ਭੇਜੋ, ਅਸੀਂ ਤੁਹਾਨੂੰ ਮੰਨ ਜਾਾਂਗੇ ਤੁਹਾਡੀ ਨੀਅਤ ਸਾਫ਼। ਲੇਕਿਨ ਇਹ ਡਰਾਮਾ ਬੰਦ ਕਰੋ। ਡੈਮੋਕ੍ਰੇਸੀ 'ਚ ਦੇਸ਼ ਦੇ ਸੰਵਿਧਾਨ ਦਾ ਸਨਮਾਨ ਕਰੋ, ਇਲੈਕਟਡ ਲੋਕਾਂ ਦੀ ਖਰੀਦ ਫਰੋਖਤ ਬੰਦ ਕਰੋ। ਨਹੀਂ ਦੇਸ਼ ਦੇਖ ਰਿਹਾ ਔਰ ਮੁਲਕ ਨੇ 2024 'ਚ ਇਹਨਾਂ ਨਾਲ ਸਾਫ਼ ਕਰ ਦੇਣਾ। ਮਹਿੰਗਾਈ ਇਸ ਕਰਕੇ ਹੋ ਰਹੀ ਹੈ ਮੁਲਕ 'ਚ, ਪੰਜਾਬੀਆਂ ਨੂੰ ਮੈਂ ਦੱਸਣਾ ਚਾਹੁੰਦਾ कि पैसे की दुरवरतों सरकार तोड़न बनाने च लग रही है, एमएलए की खरीद फरोख्त हो रहा है, वड्डे कारोबारियों के करजे माफ करने च पैसे का उपयोग कर रही है मोदी सरकार। पैसा तो टैक्स का ही है ना, लोगों के पैसा तो लोगों के टैक्स चों ही इकट्ठा हो रहा है। लेकिन आम बंदा जिहड़ा है उन्होंने तेल भी जिहड़ा 70 रुपए का ही 10 साल 8 साल पहला 170-200 रुपए लीटर मिल रहा। आम तेल जिहड़ा आपां सब्जी बनाउण दे काम आ रहा, हरेक सैक्टर च बुरा हाल है। और एक किसान, एक आम गरीब परिवार का बच्चा, चाहे कोई स्टूडेंट कोई लोन लेंदा, चाहे कोई एक छोटा कारोबारी है, वो अगर छोटा मोटा भी कर्जा ले लेंदा तो उसकी प्रॉपर्टी जिहड़ी है हाल अटैच कर लेंदे, जब्त कर लेंदे। और ये वड्डे कारोबारियों के खिलाफ कोई जिहड़ा एक्शन नहीं, कोई किसी तरह की सीबीआई और ईडी नहीं। इस करके पंजाबियों को मैं दसना चाहना अखीर च, हालांकि 8-9 सरकारां इन्होंने पैसे की ताकत नाल मिसयूज ऑफ मनी, लोगों के पैसे के टैक्स के पैसे का जिहड़ा दुरुपयोग करके बनाईयां। ऑपरेशन लोटस चलिया, लेकिन हालात दिल्ली च ऑपरेशन लोटस जिहड़ा आ ऑपरेशन चिक्कड़ बन गया, क्योंकि दिल्ली च एक आम आदमी पार्टी की ईमानदार, केजरीवाल जी की एक ईमानदार सरकार है जिहड़ी जवाबदेही नाल काम कर रही है। और इन्हां लोकां नूं जिहड़े एक पासे संविधान दीयां धज्जियां उड़ा रहे, दूजे पासे कारपोरेट लोकां नूं मदद कर रहे हैं, तीसरा आम गरीब लोकां नूं महंगाई की मार हेठां जानबुझ के लिया जा रहा है। उन्होंने सबक जिहड़ा 2024 जिहड़े देश के लोग, पंजाब के लोग, सारे मुल्क के लोग जरूर सिखाउणगे। अज का जिहड़ा विषय यही सी। तुहाडा कोई सवाल होवे तो ਸੁਖਬੀਰ ਬਾਦਲ ਨੂੰ ਜਿਸ ਤਰੀਕੇ ਦੇ ਨਾਲ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਉਹ ਕਹਿੰਦੇ ਮੈਨੂੰ ਸਮਝ ਹੀ ਨਹੀਂ ਮਿਲਿਆ। ਔਰ ਮੈਂ ਤਾਂ ਕਹਿੰਦੇ ਐਸਆਈਟੀ ਨੂੰ ਪੁੱਛ ਰਿਹਾ ਜੀ, ਮੇਰੀ ਜ਼ਰੂਰਤ ਹੈ ਤਾਂ ਦੱਸੋ, ਮੈਂ ਤੁਹਾਨੂੰ ਦੱਸ ਦੇਵਾਂਗੀ ਜੋ ਪੁੱਛਾਂਗਾ। देखो, एक पासे ते सब तो संजीदा इमोशन नाल जुड़िया, लोकां दीयां भावनावां नाल जुड़िया 7 साल तो पेंडिंग गुरु साहब की बेअदबी वाला केस है, जिहदे च सुखबीर सिंह बादल साहब की जिहड़ी है एसआईटी ने उन्होंने तलब किया सी, उन्हों की पुछगिछ होनी सी, क्योंकि उस टाइम सूबे के होम मिनिस्टर भी सीगे और डिप्टी सीएम भी सीगे। लेकिन उन्होंने तरजीह तो नहीं है, या तो तरजीह तो नहीं है तो या नीयत खोट है, या दाल च कुछ काला है। जे तुसी वाकई कानूनी प्रक्रिया च भरोसा रखते हो, या तुसी दोधे धुपे हो, या तुहाडा कोई रोल नहीं है, चाहे वह बरगाड़ी वाली, चाहे बाइबल कला, चाहे कोटकपुरा गोली कांड जो होम मिनिस्टर सी सुखबीर सिंह बादल, तो फिर तुहानू एसआईटी के सामने पेश होने च दिक्कत की है। उन्हों का पहला एक ड्रामा करना जी मैनू समझ नहीं आया, जी समझ नहीं आया, तो बाद च कह देना जी मेरी अलग किसी होर तरीक सी। ये दर्शाता है कि सुखबीर सिंह बादल साहब पेश होना नहीं चाहते, या दाल च कुछ काला है,
ਜਾਂ ਮਨ 'ਚ ਕੋਈ ਚੋਰ ਹੈ ਜਾਂ ਜਿਹੜਾ ਹੈ ਕਿਤੇ ਨਾ ਕਿਤੇ ਕਾਨੂੰਨ ਤੋਂ ਜਿਹੜਾ ਉਹ ਬਚਣਾ ਚਾਹੁੰਦੇ ਆ, ਲੇਕਿਨ ਇਹ ਬਚਿਆ ਨਹੀਂ ਜਾਣਾ। ਆਮ ਆਦਮੀ ਪਾਰਟੀ ਜੀ ਕਾਫੀ ਸਾਹਿਬ ਦੇ ਨਾਲ ਹੀ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਉਹਨਾਂ ਨੇ ਤੁਹਾਡੇ ਜਿਹੜੇ ਐਮਐਲਏ ਨੇ, ਜੀ। ਉਹਨਾਂ ਨੇ ਪਿਛਲੇ ਦਿਨੀ ਐਸਸੀ ਚੀਜ਼ ਨੂੰ ਲੈ ਕੇ ਕਾਫੀ ਸੰਤੁਸ਼ਟ ਜਿਹੇ ਨਜ਼ਰ ਨਹੀਂ ਆਏ ਹੋ ਤੁਹਾਡੀ ਮਤਲਬ ਇਸ ਚੀਜ਼ ਤੋਂ। ਡੈਫੀਨੇਟਲੀ ਐਸਆਈਟੀ ਨੇ ਸਮਨ ਤਾਂ ਕਰ ਲਿਆ ਸੀਗਾ, ਇੱਕ ਮਤਲਬ ਗਵਰਨਮੈਂਟ ਇੰਸਟੀਟਿਊਸ਼ਨ ਹੈਗੀ ਜਿਹਨੇ ਕਿ ਇਸ ਤਰੀਕੇ ਨਾਲ ਸਮਨ ਕੀਤਾ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਲੌਂਗ ਪੈਂਡਿੰਗ ਹੈਗਾ ਕੇਸ ਜਿਹੜਾ 15 ਤੋਂ ਤੁਰਿਆ ਆ ਰਿਹਾ ਹੈ, ਪਰ ਆਮ ਉਹ ਹਮੇਸ਼ਾ ਮਤਲਬ ਉਹ ਸੰਤੁਸ਼ਟ ਪਹਿਲੇ ਵੀ ਦੇਖੋ, ਹੁਣ ਸਰਕਾਰ ਛੋਣ ਦੇ ਬਾਅਦ ਮੈਂ ਸਪਸ਼ਟ ਕਰ ਦੇਖੋ 7 ਸਾਲ ਹੋਈ ਹੈ ਰਾਜਨੀਤੀ। ਪਹਿਲਾਂ ਸਾਰੇ ਚਿੱਟੇ ਦਿਨ ਵਾਂਗੂ ਪਤਾ ਸੀ ਵੀ ਡੇਰੇ ਵਾਲਿਆਂ ਦਾ ਰੋਲ ਹੈ ਬੇਅਦਬੀ ਕਰਾਉਣ 'ਚ, ਤੇ ਉਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਮਾਫੀਨਾਮਾ ਦਵਾਇਆ, ਉਹਨਾਂ ਨੂੰ ਬਚਾਇਆ ਔਰ ਨਿਹੱਥੇ ਲੋਕਾਂ ਤੇ ਗੋਲੀਆਂ ਚਲਵਾਈਆਂ। ਉਹਦੀ ਇਨਕੁਆਇਰੀ ਹੋ ਜੂਗੀ। ਦੂਸਰੀ ਕੈਪਟਨ ਔਰ ਕਾਂਗਰਸ ਦੀ ਸਰਕਾਰ ਆਈ ਜਦੋਂ, ਉਦੋਂ ਇੱਕ ਲਾਈਵ ਜਿਹੜੇ ਆ ਸੈਸ਼ਨ ਚਲਾਏ ਗਏ, ਲੇਕਿਨ ਸਿੱਟਾ ਕੋਈ ਨਹੀਂ, ਕੰਕਰੀਟ ਕੁਛ ਨਹੀਂ ਨਿਕਲਿਆ ਔਰ ਈਵਨ ਦੋਸ਼ ਲੱਗਦੇ ਰਹੇ ਇੱਕ ਦੂਜੇ ਨੂੰ ਬਚਾਉਣ ਦੇ। ਸੋ ਮਾਨ ਸਾਹਿਬ ਦੀ ਸਰਕਾਰ ਦਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਆ, ਐਵੀਡੈਂਸ ਹੋਵੇ, ਪ੍ਰੋਸੀਕਿਊਸ਼ਨ ਹੈ ਜਾਂ ਪੂਰੀ ਇਨਵੈਸਟੀਗੇਸ਼ਨ ਹੈ, ਕੋਈ ਕਿਤੇ ਤਰ੍ਹਾਂ ਦੀ ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ, ਨਾ ਕਿਸੇ ਨੂੰ ਬਚਾਇਆ ਜਾਊਗਾ ਤੇ ਨਾ ਕਿਸੇ ਨੂੰ ਛੱਡਿਆ ਜਾਊਗਾ। ਰੂਲ ਆਫ ਲਾਅ ਦੇ ਹਿਸਾਬ ਨਾਲ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਵੀ ਦਿੱਤੀ ਜਾਊਗੀ ਔਰ ਸਾਡਾ ਲਾਅ ਆਫਿਸ ਹੋਵੇ ਚਾਹੇ ਇਨਵੈਸਟੀਗੇਸ਼ਨ ਏਜੰਸੀ ਆ, ਆਪਣੀ ਜ਼ਿੰਮੇਵਾਰੀ ਤੋਂ ਭੱਜਣਗੇ ਨਹੀਂ। ਜਿਸ ਤਰ੍ਹਾਂ ਕਾਂਗਰਸ ਦੇ ਟਾਈਮ ਲਾਅ ਅਫਸਰ ਪੇਸ਼ ਹੀ ਨਹੀਂ ਹੁੰਦਾ ਸੀ ਕੋਰਟ 'ਚ ਜਾ ਕੇ। ਸੋ ਡੈਫੀਨੇਟਲੀ ਬੜਾ ਫੋਕਸ ਹੈ, ਮੁੱਖ ਮੰਤਰੀ ਜੀ ਮਾਨ ਸਾਹਿਬ ਆਪ ਪੂਰੀ ਮੋਨੀਟਰਿੰਗ ਕਰ ਰਹੇ ਆ ਔਰ ਲੋਕਾਂ ਨੂੰ ਇਨਸਾਫ ਦੇਣਾ ਉਹਨਾਂ ਨੇ ਵਾਅਦਾ ਵੀ ਕੀਤਾ, ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਪ੍ਰੋਸੀਡਿੰਗ ਵਿਦਆਊਟ ਪੋਲੀਟੀਕਲ ਇੰਟਰਫੇਰੈਂਸ। ਲੇਕਿਨ ਜਿਸ ਤਰੀਕੇ ਨਾਲ ਇਹ ਟਾਲਮ ਟੋਲ ਕਰ ਰਹੇ ਆ ਬਾਦਲ ਸਾਹਿਬ, ਇਹਦਾ ਮਤਲਬ ਹੈ ਕਿ ਦਾਲ 'ਚ ਕੁਛ ਕਾਲਾ ਹੈ। ਕਾਂਗਰਸ ਸਾਹਿਬ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਹਮੇਸ਼ਾ ਗੱਲ ਸੰਬੰਧ ਕਰੇਗੀ, ਕਿਉਂਕਿ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਸਿੱਧਾ ਕਿਹਨੂੰ? ਗ੍ਰਿਫਤਾਰ ਸੁਖਬੀਰ ਬਾਦਲ ਕਿ ਪ੍ਰਤਾਪ ਬਾਜਵਾ ਕਹਿ ਰਹੇ ਨੇ ਸਿੱਧਾ ਗ੍ਰਿਫਤਾਰ ਕਰ ਲੈਣਾ ਚਾਹੀਦਾ। ਬਾਜਵਾ ਸਾਹਿਬ ਦੀ ਤੇ 5 ਸਾਲ ਸਰਕਾਰ ਰਹੀ, ਉਹਨਾਂ ਨੇ ਕੀ ਕੀਤਾ? ਲੇਕਿਨ ਅਸੀਂ ਲੇਕਿਨ ਸੁਣ ਲਓ ਨਾ, ਮੈਂ ਨਹੀਂ ਮੇਰੀ ਗੱਲ, ਬਾਜਵਾ ਸਾਹਿਬ ਤੋਂ ਸਾਨੂੰ ਸਲਾਹ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਕਿਸੇ ਨੂੰ ਨਾ ਬਚਾਉਣਾ ਹੈ ਤੇ ਨਾ ਅਨਨੈਸੈਸਰੀ ਫਸਾਉਣਾ ਹੈ। ਇਸ ਕਰਕੇ ਕਾਨੂੰਨ ਆਪਣਾ ਕੰਮ ਕਰੂਗਾ ਔਰ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ, ਚਾਹੇ ਲਾਅ ਆਫਿਸ ਹੈ ਚਾਹੇ ਇਨਵੈਸਟੀਗੇਸ਼ਨ ਏਜੰਸੀ ਹੈ, ਰੂਲ ਆਫ ਲਾਅ ਦੇ ਹਿਸਾਬ ਨਾਲ ਕੰਮ ਹੋ ਰਿਹਾ ਔਰ ਬਹੁਤ ਜਲਦੀ ਜਿਹੜਾ ਆ ਦੁੱਧ ਦਾ ਦੁੱਧ ਤੇ ਪਾਣੀ ਪਾਣੀ ਪੰਜਾਬ ਦੇ ਲੋਕਾਂ ਨੂੰ। ਹਮੇਸ਼ਾ ਵੀਆਈਪੀ ਕਲਚਰ ਦੇ ਖਿਲਾਫ ਕੰਮ ਕਰਦੀ ਰਹੀ ਹੈ, ਤੁਹਾਡੇ ਕੰਮ ਲਗਾਤਾਰ ਰਹੇ ਹੈ, ਪਰ ਦੂਜੇ ਪਾਸੇ ਫਾਜ਼ਿਲਕਾ ਤੋਂ ਜਿਹੜੀ ਇੱਕ ਘਟਨਾ ਸਾਹਮਣੇ ਆਈ ਹੈ ਕਿ ਤੁਹਾਡੇ ਜਿਹੜੇ ਐਮਐਲਏ ਹੈ ਗੋਲਡੀ ਮੁਸਾਫਰ, ਉਹਨਾਂ ਦਾ ਪੁੱਤਰ ਆਪਣੀ ਸਕੂਟੀ ਤੇ ਹੀ ਹੂਟਰ ਲਾ ਕੇ ਫਿਰਦਾ ਸੀਗਾ, ਫਾਜ਼ਿਲਕਾ ਪੁਲਿਸ ਨੇ ਵਾਰਨਿੰਗ ਦੇ ਕੇ ਛੱਡਿਆ। ਮੈਂ ਹੁਣ ਇਹ ਦੇਖੋ, ਜੇ ਤੇ ਇਹ 'ਚ ਕੋਈ ਸੱਚਾਈ ਹੋਊਗੀ ਤਾਂ ਡੈਫੀਨੇਟਲੀ, ਲੇਕਿਨ ਇਹ ਗੱਲ ਅਜੇ ਹੁਣ ਤੁਸੀਂ ਦੱਸ ਰਹੇ ਹੋ ਤਾਂ ਸੁਭਾਵਿਕ ਤੌਰ ਤੇ ਕੋਈ ਆਪਣਾ ਹੋਵੇ ਬੇਗਾਨਾ ਹੋਵੇ। ਵੀਆਈਪੀ ਕਲਚਰ ਦਾ ਮਤਲਬ ਇਹ ਆ ਵੀ ਸਟੇਟ ਦੀ ਮਸ਼ੀਨਰੀ ਦਾ, ਸਟੇਟ ਦੇ ਐਕਸਚੈਕਰ ਦਾ ਮਿਸਯੂਜ਼ ਨਹੀਂ ਹੋਣ ਦੇਣਾ ਔਰ ਜਿਸ ਬੰਦੇ ਵਾਸਤੇ ਜੋ ਪ੍ਰੋਟੋਕਾਲ ਬਣਿਆ ਉਹਦੇ ਹਿਸਾਬ ਨਾਲ ਸਰਕਾਰ ਪ੍ਰੋਵਾਈਡ ਕਰਾਊਗੀ। ਐਮਐਲਏ ਦਾ ਮੁੰਡਾ ਹੋਵੇ, ਚਾਹੇ ਮੰਤਰੀ ਦਾ ਹੋਵੇ, ਚਾਹੇ ਵਰਕਰ ਦਾ ਹੋਵੇ, ਆਮ ਬੰਦਾ ਹੋਵੇ, ਕੋਈ ਲਿਹਾਜ਼ ਨਹੀਂਗਾ। ਲੇਕਿਨ ਇਹ ਗੱਲ ਜਦੋਂ ਸਾਹਮਣੇ ਆਊਗੀ ਤਾਂ ਫਿਰ ਦੇਖਾਂਗੇ। ਹਾਂਜੀ, ਪੰਜਾਬ ਦੇ ਅੰਦਰ ਵੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਵਿਧਾਇਕ ਹੈ ਉਹਨਾਂ ਦੀ ਖਰੀਦ ਫਰੋਖਤ ਭਾਜਪਾ ਕਰਨ ਜਾ ਰਹੀ ਹੈ 2024? ਮੈਂ ਦੱਸਿਆ ਕਿ ਆਪਰੇਸ਼ਨ ਲੋਟਸ ਜਿਹੜਾ ਆ ਦਿੱਲੀ ਚ ਆਉਂਦਿਆਂ ਆਪਰੇਸ਼ਨ ਚਿੱਕੜ ਬਣ ਗਿਆ। 800 ਕਰੋੜ ਰੁਪਈਆ ਇਹਨਾਂ ਨੇ ਰੱਖਿਆ ਦਿੱਲੀ ਵਾਸਤੇ। ਮਤਲਬ ਮਨਸੂਬੇ ਜਿਹੜੇ ਆ, ਦੇਖੋ ਜਦੋਂ ਦੇ ਮੋਦੀ ਸਾਹਿਬ ਆਏ ਆ ਔਰ ਅਮਿਤ ਸ਼ਾਹ ਔਰ ਮੋਦੀ ਸਾਹਿਬ ਭਾਜਪਾ ਦੀ ਸਰਕਾਰ, ਇਹਨਾਂ ਦਾ ਤੇ ਤਰੀਕਾ ਬੜਾ ਸਪਸ਼ਟ ਹੈ। ਕੋਈ ਇਹ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ, ਕੋਈ ਸੰਵਿਧਾਨ ਨੂੰ ਨਹੀਂ, ਕੋਈ ਕਾਨੂੰਨ ਨੂੰ ਨਹੀਂ ਮੰਨਦੇ। ਜਾਂ ਸਾਡੇ ਨਾਲ ਰਲ ਜਾਓ ਕਹਿੰਦੇ, ਜਾਂ ਅਸੀਂ ਖਰੀਦ ਲਾਂਗੇ, ਜਾਂ ਅਸੀਂ ਤੋੜ ਦਾਂਗੇ, ਜਾਂ ਸੀਬੀਆਈ ਔਰ ਈਡੀ ਤੁਹਾਡੇ ਘਰ ਭੇਜ ਦਾਂਗੇ। ਸੁਣ ਲਓ, ਮੁਕੁਲ ਦੇਵ ਆਏ ਬੰਗਾਲ ਵਾਲੇ, ਇਹਨਾਂ ਦੇ ਵੱਲ ਆ ਗਏ ਤਾਂ ਦੁੱਧ ਧੁੱਪੇ ਹੋ ਗਏ। ਪਹਿਲਾਂ ਉੱਥੇ ਸੀਬੀਆਈ ਸੀ। ਮਹਾਰਾਸ਼ਟਰ 'ਚ ਕੀ ਹੋਇਆ? ਹਰੇਕ ਸਟੇਟ, ਮੈਂ 8-10 ਸਟੇਟਾਂ ਤੁਹਾਨੂੰ ਗਿਣਾਤੀਆਂ, ਜੇ ਇਹਨਾਂ ਨਾਲ ਰਲ ਜਾਂਦਾ। ਨਹੀਂ ਦੇਖ, ਪੰਜਾਬ ਦੇਖੋ, ਇਹਨਾਂ ਦੀ ਹਿੰਮਤ ਨਹੀਂ ਗਈ। ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਇਹ ਹੱਥ ਨਹੀਂ ਪਾ ਸਕਦੇ, ਇਹਨਾਂ ਨੇ ਦੇਖ ਲਿਆ। ਮੈਂ ਕਹਿੰਦਾ ਇਹਨਾਂ ਦੀ ਹਿੰਮਤ ਨਹੀਂ ਗਈ। ਐ ਕਿਸ ਤਰ੍ਹਾਂ? ਉਹ ਮੇਰੀ ਗੱਲ ਸੁਣੋ, ਰੌਲਾ ਪਾਉਣ ਨੂੰ ਪਾਈ ਜਾਣ ਆਮ ਆਦਮੀ ਪਾਰਟੀ ਦੇ ਲੋਕ। ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਰਾਜਨੀਤੀ ਆ, ਉਹ ਰਾਜਨੀਤੀ ਸਿਰਫ ਸੱਤਾ ਹਾਸਲ ਕਰਨਾ ਨਹੀਂ, ਪੂਰਾ ਇੱਕ ਵਿਵਸਥਾ ਨੂੰ ਬਦਲਣ ਵਾਸਤੇ ਆ। ਰਾਜਨੀਤੀ ਬਦਲਣ ਵਾਸਤੇ ਆਏ, ਉਹਦੇ ਚੋਂ ਹੀ ਲੋਕ ਹੈ। ਹਾਲਾਂਕਿ ਚਾਹੇ ਦੂਜੀਆਂ ਪਾਰਟੀਆਂ ਚੋਂ ਵੀ ਆਏ ਆ, ਉਹਨਾਂ ਨੂੰ ਪਤਾ ਇਸ ਸਿਧਾਂਤ ਤੇ ਰਹਿਣਾ ਪਊਗਾ। ਸੋ ਡੈਫੀਨੇਟਲੀ
ਦਿੱਲੀ 'ਚ ਫਿਰ ਆਪਰੇਸ਼ਨ ਚਿੱਕੜ ਬਣ ਤੇ ਗਿਆ। ਕਾਂਗਰਸ ਸਾਹਿਬ ਹਿਮਾਚਲ ਪ੍ਰਦੇਸ਼ ਦੇ ਵਿੱਚ ਕੱਲ ਸ਼੍ਰੋਮਣੀ ਕਾਂਗਰਸ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਸ਼ਰਾਬ ਘੁਟਾਲਾ ਜੋ ਸੁਖਬੀਰ ਬਾਦਲ ਨੇ ਉਜਾਗਰ ਕੀਤਾ ਸੀ, ਉਸ ਤੋਂ ਬਾਅਦ ਇਹ ਜਿਹੜਾ ਸਾਹਮਣਾ ਮੀਡੀਆ ਦੇ ਵਿੱਚ ਹੋ ਗਿਆ। ਦੇਖੋ ਇਹਨਾਂ ਦੀ ਤਕਲੀਫ ਇਹ ਆ ਕਿ ਪੰਜਾਬ 'ਚ ਜਿਹੜੀ ਸ਼ਰਾਬ ਸੀ ਨਾ, ਚਾਹੇ ਉਹ ਬਣਦੀ ਮੈਨੂਫੈਕਚਰਿੰਗ ਸੀ, ਚਾਹੇ ਰਿਟੇਲ ਸੀ ਤੇ ਚਾਹੇ ਐਲਵਨ ਸੀ, ਉਹ ਇਹ ਕੁਝ ਲੋਕਾਂ ਦੇ ਹੱਥ ਸੀਗੇ ਜਿਨ੍ਹਾਂ ਨਾਲ ਇਹਨਾਂ ਦੀ ਵੀ ਸਾਂਠ ਗਾਂਠ ਸੀ। ਚਾਹੇ ਉਹ ਕਾਂਗਰਸ ਅਕਾਲੀ ਹੋਣ ਦਾ ਡਰਾਮਾ ਕਰਦੇ ਸੀ, ਵਿਧਾਨ ਸਭਾ 'ਚ ਵੀ ਗਾਲੋ ਗਾਲੀ ਹੋ ਜਾਂਦੇ ਸੀ ਇਹ, ਲੇਕਿਨ ਇਹ ਆਪਸ 'ਚ ਸਾਰੇ ਰਲੇ ਮਿਲੇ ਸੀ, ਇਹਨਾਂ ਨੂੰ ਫੰਡਿੰਗ ਹੁੰਦੀ ਸੀ, ਇਹਨਾਂ ਦੇ ਰਿਸ਼ਤੇ ਨਾਤੇਦਾਰ ਸੀ। ਸੋ ਇਹਨਾਂ ਦੀਆਂ ਉਹ ਦੁਕਾਨਦਾਰੀਆਂ, ਇਹਨਾਂ ਦੀ ਉਹ ਮੋਨੋਪਲੀ, ਇਹਨਾਂ ਦੀ ਉਹ ਕਾਲਾ ਬਾਜ਼ਾਰੀ ਹੋ ਗਈ ਆ ਬੰਦ। ਪੰਜਾਬ 'ਚ ਇਲੀਗਲ ਸ਼ਰਾਬ ਬੰਦ ਹੋ ਗਈ, ਬਾਕੀ ਸੂਬਿਆਂ ਤੋਂ ਜਿਹੜੀ ਸਮਗਲਿੰਗ ਉਹ ਬੰਦ ਹੋਈ, ਪੰਜਾਬ ਦੇ ਐਕਸਾਈਜ਼ ਨੂੰ ਫਾਇਦਾ ਹੋਇਆ, ਪੰਜਾਬ 'ਚ ਲੋਕਾਂ ਨੂੰ ਸ਼ਰਾਬ ਸਸਤੀ ਮਿਲੀ। ਤਾਂ ਦੱਸੋ, ਸੁਖਬੀਰ ਬਾਦਲ ਨੂੰ ਤਾਂ ਮਿਰਚਾਂ ਲੱਗਣੀਆਂ ਹੀ ਆ, ਅਕਾਲੀ ਦਲ ਨੂੰ ਤਾਂ ਮਿਰਚਾਂ ਲੱਗਣੀਆਂ ਹੀ ਹੈ ਨਾ, ਕਿਉਂਕਿ ਇਹਨਾਂ ਨੂੰ ਤੇ ਇਹ ਸੀ ਵੀ ਸਾਡਾ ਤਾਂ ਕੰਮ ਚੱਲੀ ਜਾਂਦਾ, ਕਾਂਗਰਸ 'ਚ ਇਹਨਾਂ ਦਾ ਚੱਲੀ ਜਾਂਦਾ ਸੀ, ਇਹਨਾਂ ਵੇਲੇ ਕਾਂਗਰਸੀ ਦਾ ਚੱਲੀ ਜਾਂਦਾ ਸੀ, ਸੋ ਬੰਦ ਹੋ ਗਿਆ। ਹਿਮਾਚਲ ਦੇ ਵਿੱਚ ਕੱਲ ਕਾਂਗਰਸ ਪਾਰਟੀ ਐਲਾਨ ਕਰਨ ਜਾ ਰਹੀ ਹੈ ਜੀ 1500 ਰੁਪਏ ਕਹਿੰਦੇ ਮਹਿਲਾਵਾਂ ਨੂੰ ਹਰ ਮਹੀਨੇ ਦੇਵਾਂਗੇ, 300 ਯੂਨਿਟ ਫ੍ਰੀ ਬਿਜਲੀ ਦਾ ਜਿਹੜਾ ਐਲਾਨ ਆ ਉਹ ਕਰੇ। ਜਿਹੜੇ ਵਾਅਦੇ ਕਦੇ ਆਮ ਆਦਮੀ ਪਾਰਟੀ ਕਰਦੀ ਸੀ ਉਹੀ ਵਾਅਦੇ ਕਿਤੇ ਨਾ ਕਿਤੇ ਕੌਣ ਕਰ ਰਹੀ ਹੈ? ਕਾਂਗਰਸ ਪਾਰਟੀ ਕੱਲ ਨੂੰ ਕਰਨ ਜਾ ਰਹੀ ਹੈ ਹਿਮਾਚਲ ਦੇ ਵਿੱਚ। ਦੇਖੋ, ਕਾਂਗਰਸ ਨੂੰ ਲੋਕਾਂ ਨੇ ਬਹੁਤ ਲੰਬਾ ਸਮਾਂ ਦਿੱਤਾ, ਲੇਕਿਨ ਕਾਂਗਰਸ ਨੇ ਨਾ ਲੋਕਾਂ ਦੇ ਭਵਿੱਖ ਨੂੰ ਬਦਲਿਆ ਤੇ ਨਾ ਆਪਣੇ ਆਪ ਨੂੰ ਬਦਲਿਆ, ਤੇ ਹੁਣ ਕਾਂਗਰਸ ਕੱਢਣ ਪਾਉਣ ਨੂੰ ਕੁਝ ਰਿਹਾ ਨਹੀਂ। ਹੁਣ ਉਹ ਰੀਸ ਤੇ ਕਰ ਸਕਦੇ ਆ, ਨਕਲ ਕਰ ਸਕਦੇ, ਪਰ ਅਸਲ ਨਹੀਂ ਹੋ ਸਕਦਾ। ਇਸ ਕਰਕੇ ਇਹਨਾਂ ਦੀ ਰਾਜਨੀਤੀ ਜਿਹੜੀ ਆ ਹੁਣ ਖਤਮ ਹੋ ਗਈ। ਬਹੁਤ ਬਹੁਤ ਧੰਨਵਾਦ। ਇੱਕ ਸਵਾਲ, ਮੂਸੇਵਾਲਾ ਮਾਮਲੇ 'ਚ ਅੱਜ ਇਨਸਾਫ ਲਈ ਕੈਂਡਲ ਮਾਰਚ ਕੀਤੀ ਜਾ ਰਹੀ ਹੈ। ਮੇਰੀ ਗੱਲ ਸੁਣੋ, ਇੱਕ ਸਚਿਨ ਤੇਂਦੁਲਕਰ ਲਿਆਉਣ ਦੀ ਵੀ ਮੇਰੀ ਗੱਲ, ਹਾਂ, ਇਹੀ ਜਿਹੜੇ ਗੈਂਗਸਟਰ ਸੀ ਨਾ, ਹੁਣ ਚੀਕਾਂ ਮਾਰ ਰਹੇ, ਚੀਕਾਂ ਜੇਲ੍ਹਾਂ 'ਚ ਬੈਠੇ, ਇਹ ਪਿਓ ਬਣੇ ਬੈਠੇ ਸੀ ਪਿਛਲੀਆਂ ਸਰਕਾਰਾਂ 'ਚ। ਵੀਆਈਪੀ ਕਲਚਰ ਇਹ ਸੀ, ਜਦੋਂ ਇਹ ਸ਼ਰੇਆਮ ਗੋਲੀਆਂ ਮਾਰ ਕੇ ਚਲੇ ਜਾਂਦੇ ਸੀ ਤੇ ਸ਼ਰੇਆਮ ਘੁੰਮਦੇ ਸੀ, ਔਰ ਪੋਲੀਟੀਕਲ ਲੀਡਰਾਂ ਨਾਲ ਇਹਨਾਂ ਦੀ ਹਿੱਸੇਦਾਰੀ ਸੀ, ਚਾਹੇ ਡਰੱਗ ਦਾ ਕਾਰੋਬਾਰ ਸੀ, ਚਾਹੇ ਸ਼ਰਾਬ ਦਾ ਸੀ, ਚਾਹੇ ਮਾਈਨਿੰਗ ਦਾ ਸੀ। ਹੁਣ ਚੀਕਾਂ ਕਿਉਂ ਪੈ ਰਹੀਆਂ ਜੇਲ੍ਹਾਂ 'ਚ? ਕਿਉਂਕਿ ਹੁਣ ਪਤਾ ਹੈ ਕੋਈ ਲਿਹਾਜ਼ ਨਹੀਂ ਆ, ਕੋਈ ਤਰਫਦਾਰੀ ਨਹੀਂ ਆ, ਕੋਈ ਇਹਨਾਂ ਨੂੰ ਬਚਾ ਨਹੀਂ ਹੋਣਾ। ਜਿਹੜਾ ਬੰਦਾ, ਜਿਸ ਬੰਦੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ, ਕਾਨੂੰਨ ਆਪਣਾ ਕੰਮ ਕਰੂਗਾ, ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ। ਇਹ ਪੈਟਰੋਨੇਜ ਸੀਗਾ, ਇਹ ਤੇ ਇਹਨਾਂ ਨੂੰ ਸ਼ੈਲਟਰ ਕੀਤਾ ਗਿਆ ਸੀ, ਤਾਂ ਹੀ ਬਣੇ ਆ। ਹੁਣ ਦੇਖੋ, ਅਪੀਲ ਕਰ ਰਹੇ ਜੀ ਅਸੀਂ ਨਹੀਂ ਆਏ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ। ਆਉਣ ਵਾਲੇ ਟਾਈਮ 'ਚ ਇਹ ਚੀਜ਼ਾਂ ਬਿਲਕੁਲ ਪੰਜਾਬ 'ਚ ਜਿਹੜਾ ਹੈ ਲਾਅ ਐਂਡ ਆਰਡਰ, ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਸਰਕਾਰ ਨੇ ਨਾ ਕੀਤਾ ਹੈ, ਮਾਨ ਸਾਹਿਬ ਨੇ ਨਾ ਅੱਗੇ ਕਰਨਾ ਹੈ, ਔਰ ਇਹਨਾਂ ਦੀਆਂ ਦੁਕਾਨਦਾਰੀਆਂ ਵੀ ਬੰਦ। ਸਚਿਨ ਔਰ ਅਨਮੋਲ ਜਿਹੜੇ ਬਿਸ਼ਨੋਈ ਆ ਉਹਨਾਂ ਨੂੰ ਬਾਹਰੋਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੀ। ਹਰੇਕ ਹੀਲਾ ਵਸੀਲਾ ਸਰਕਾਰ ਵਰਤੂਗੀ ਕਾਨੂੰਨ ਦੇ ਹਿਸਾਬ ਨਾਲ, ਕਿ ਜਿਹੜਾ ਅਪਰਾਧੀ ਆ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਪੰਜਾਬ 'ਚ ਲਿਆ ਕੇ ਸਜ਼ਾ ਦਿੱਤੀ ਜਾਵੇ, ਬਚਿਆ ਕੋਈ ਨਹੀਂ ਜਾਊਗਾ। ਜਿਹੜਾ ਵੀ ਹੀਲਾ ਵਸੀਲਾ ਕਰਨਾ ਪਿਆ ਅਸੀਂ ਕਰਾਂਗੇ। ਮਾਈਨਿੰਗ ਦੇ ਵਿੱਚੋਂ ਕਿੰਨਾ ਪੈਸਾ ਕੱਢ ਲਿਆ ਸਰਕਾਰ ਨੇ? ਕਹਿੰਦੇ ਸੀ ਕਿ ਅਸੀਂ ਪੈਸਾ ਕੱਢਾਂਗੇ, ਸਾਡੀ ਸਰਕਾਰ ਵੱਲੋਂ ਆ ਜਾਏਗੀ ਪੈਸਾ। ਜਦੋਂ ਅਗਲਾ ਬਜਟ ਪੇਸ਼ ਕਰਾਂਗੇ ਤਾਂ ਅਸੀਂ ਤੁਹਾਨੂੰ ਸਾਰੇ ਅੰਕੜੇ ਦੱਸਾਂਗੇ। ਪਿਛਲਾ ਵੀ ਵਾਈਟ ਪੇਪਰ ਅਸੀਂ ਦਿੱਤਾ ਹੈ, ਆਪਣਾ ਹਿਸਾਬ ਵੀ ਅਸੀਂ ਦੇਵਾਂਗੇ। 4 ਮਹੀਨੇ ਦਾ ਹਿਸਾਬ ਵੀ ਫਾਈਨੈਂਸ ਮਿਨਿਸਟਰ ਸਾਹਿਬ ਨੇ ਪਿਛਲੇ ਦਿਨਾਂ 'ਚ ਦੇ ਦਿੱਤਾ ਹੈ। ਡੈਫੀਨੇਟਲੀ ਬਹੁਤ ਸਾਰੀਆਂ ਚੋਰ ਮੋਰੀਆਂ ਸੀ ਜਿਹੜੀਆਂ ਮਾਨ ਸਾਹਿਬ ਦੀ ਸਰਕਾਰ ਨੇ ਬੰਦ ਕੀਤੀਆਂ, ਬਹੁਤ ਸਾਰੀ ਲੁੱਟ ਖਸੁੱਟ ਸੀ ਜਿਹੜੀ ਮਾਨ ਸਾਹਿਬ ਦੀ ਸਰਕਾਰ ਨੇ ਬੰਦ ਕੀਤੀ ਆ। ਉਹਦਾ ਫਾਇਦਾ ਪੰਜਾਬ ਦੇ ਖਜ਼ਾਨੇ ਨੂੰ ਹੋਊਗਾ, ਉਹਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ। ਬੀਜੇਪੀ ਦੇ ਤਰੁਣ ਚੁੱਗ ਕਹਿ ਰਹੇ ਨੇ ਕਿ ਕੇਜਰੀਵਾਲ ਨੂੰ ਝਾੜੂ ਦੀ ਜਗ੍ਹਾ ਦਾਰੂ ਚੋਂ ਨਿਸ਼ਾਨ ਕਰਨਾ ਚਾਹੀਦਾ। ਤਰਨ ਚੁੱਗ ਹੋਣਾ ਦੀ ਕੋਈ ਰੈਲੇਵੈਂਟ ਕੀ ਹੈ? ਕੌਣ ਜਾਣਦਾ ਤਰਨ ਚੁੱਗ ਨੂੰ ਪੰਜਾਬ 'ਚ? ਸਿਰਫ ਤੇ ਸਿਰਫ ਇੱਕ ਆਪਣੇ ਕੁਝ ਚੁਣੇ ਹੋਏ ਗੋਦੀ ਮੀਡੀਆ ਦੇ ਰਾਹੀਂ ਬਕਵਾਸਬਾਜ਼ੀ ਕਰਨ। ਕੀ ਕਰ ਲਿਆ ਦਿੱਲੀ 'ਚ ਇਹਨਾਂ ਨੇ? ਦੱਸ ਦੇਣ ਨਾ, CBI ED ਕਰਕੇ ਵੇਖ ਲਿਆ ਨਾ। 44 ਤੋਂ ਵੱਧ ਸਾਡੇ MLA ਨੂੰ ਪਿਛਲੇ 6 ਸਾਲਾਂ 'ਚ ਇਹਨਾਂ ਨੇ ਜੇਲ੍ਹ ਦੇ ਅੰਦਰ ਧੱਕਿਆ, ਦਿੱਲੀ 'ਚ। ਦਿੱਲੀ ਦੀ ਗੱਲ ਕਰਦਾ, ਆਮ ਆਦਮੀ ਪਾਰਟੀ, ਤੇ ਕੀ ਕੱਢ ਲਿਆ? ਸੋ ਉਹ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਐਕਸਪਲੇਨ ਕਰ ਚੁੱਕਿਆ। CBI ਔਰ ED ਉੱਥੇ ਭੇਜੀ ਜਾਂਦੀ ਆ ਜਿਹੜਾ ਇਹਨਾਂ ਦੇ ਸਾਹਮਣੇ ਝੁਕਦਾ ਨਹੀਂ ਆ, ਜਿਹੜਾ ਕੰਪਰੋਮਾਈਜ਼ ਨਹੀਂ ਕਰਦਾ, ਜਿਹੜਾ ਵਿਕਦਾ ਨਹੀਂ। ਬਹੁਤ ਬਹੁਤ ਧੰਨਵਾਦ।